ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਤੇ ਜਗਮੀਤ ਸਿੰਘ ਨੇ ਬਾਈਡਨ ਨੂੰ ਦਿੱਤੀ ਜਿੱਤ ਦੀ ਵਧਾਈ। ਜੋ ਬਾਈਡਨ ਨੂੰ ਟਰੰਪ ਨੇ ਦਿੱਤੀਆਂ ਸ਼ੁਭਕਾਮਨਾਵਾਂ। ਜੋ ਬਾਈਡਨ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ, ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਚੁੱਕੀ ਸਹੁੰ। ਕੈਨੇਡਾ ਸਰਕਾਰ ਤੋਂ ਉਡਾਨਾਂ ਦੇ ਉੱਪਰ ਰੋਕ ਲਗਾਉਣ ਦੀ ਉੱਠੀ ਮੰਗ। ਕਿਬੈਕ ਦੇ ਪ੍ਰੀਮੀਅਰ ਚਾਹੁੰਦੇ ਹਨ ਉਡਾਨਾਂ ਦੇ ਉੱਪਰ ਰੋਕ। ਵੈਕਸੀਨ ਟਾਸਕ ਫੋਰਸ ਦੀ ਮੈਂਬਰ ਨੇ ਦਿੱਤਾ ਅਸਤੀਫਾ, ਪਾਬੰਦੀਆਂ ਦੇ ਦੌਰਾਨ ਕੀਤਾ ਟਰੈਵਲ। ਨੋਵਾ ਸਕੋਸ਼ੀਆ ਨੇ ਐਲਾਨਿਆ ਸਾਲ ਦਾ ਪਹਿਲਾ ਡਰਾਅ, ਨਹੀਂ ਦੱਸਿਆ ਕਿੰਨਿਆਂ ਨੂੰ ਮਿਲਿਆ ਸੱਦਾ। ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਜੋ ਬਾਈਡਨ ਵੱਲੋਂ ਸਹੁੰ ਚੁੱਕੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਪੋਸਟ ਰਾਹੀਂ ਉਹਨਾਂ ਨੂੰ ਮੁਬਾਰਕਬਾਦ ਆਖੀ ਹੈ। ਡੋਨਾਲਡ ਟਰੰਪ ਨੇ ਅੱਜ ਵਾਈਟ ਹਾਊਸ ਛੱਡ ਦਿੱਤਾ ਹੈ। ਵਿਦਾਇਗੀ ਭਾਸ਼ਣ ਦੇ ਵਿੱਚ ਉਹਨਾਂ ਵੱਲੋਂ ਵੀ ਸ਼ੁਭਕਾਮਨਾਵਾਂ ਜੋ ਬਾਈਡਨ ਨੂੰ ਕਹੀਆਂ ਗਈਆਂ ਨੇ। ਜੋ ਬਾਈਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕੀ ਹੈ। ਅਜਿਹੇ ਦੇ ਵਿੱਚ ਕੈਨੇਡਾ ਵੱਲੋਂ ਵੀ ਉਹਨਾਂ ਨੂੰ ਸ਼ੁਭਕਾਮਨਾਵਾਂ ਮਿਲੀਆਂ ਹਨ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ। ਨਾਲ ਹੀ ਦੱਸ ਦਈਏ ਕਿ ਜਾਂਦੇ ਟਰੰਪ ਵੀ ਜੋ ਬਾਈਡਨ ਨੂੰ ਜਿੱਤ ਦੇ ਲਈ ਮੁਬਾਰਕਬਾਦ ਆਖ ਗਏ ਹਨ। ਇਸ ਮੌਕੇ ਟਰੰਪ ਵੱਲੋਂ ਵਿਦਾਇਗੀ ਭਾਸ਼ਣ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਇਸ ਦਾ ਜ਼ਿਕਰ ਕੀਤਾ ਹੈ। ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਅਸੀਂ ਦੁਨੀਆ ਨੂੰ ਚੀਨ ਦੇ ਖਿਲਾਫ ਇਕੱਠਾ ਕੀਤਾ ਹੈ। ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ। ਉਹਨਾਂ ਕਿਹਾ ਕਿ ਰਾਸ਼ਟਰਪਤੀ ਵਜੋਂ ਸੇਵਾਵਾਂ ਦੇਣਾ ਬਹੁਤ ਸਨਮਾਨ ਵਾਲੀ ਗੱਲ ਹੈ ਅਤੇ ਖਾਸ ਅਧਿਕਾਰ ਦੇ ਲਈ ਤੁਹਾਡਾ ਧੰਨਵਾਦ। ਨਾਲ ਹੀ ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਸੁਰੱਖਿਅਤ ਰੱਖਣ ਦੇ ਲਈ ਉਹ ਬਾਈਡਨ ਦੀ ਸਫਲਤਾ ਦੀ ਕਾਮਨਾ ਕਰਦੇ ਹਨ। ਜੋ ਬਾਈਡਨ ਖੁਸ਼ਕਿਸਮਤ ਰਹਿਣ। ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕੀ ਸੰਸਦ ਦੇ ਵਿੱਚ ਹੋਈ ਹਿੰਸਾ ਦੀ ਨਿੰਦਾ ਵੀ ਕੀਤੀ। ਵਿਦਾਇਗੀ ਭਾਸ਼ਣ ਦੇ ਵਿੱਚ ਟਰੰਪ ਨੇ 20 ਜਨਵਰੀ 2017 ਤੋਂ 20 ਜਨਵਰੀ 2021 ਤੱਕ ਦੀਆਂ ਅਮਰੀਕੀ ਸਰਕਾਰਾਂ ਦੀਆਂ ਅਹਿਮ ਉਪਲਬਧੀਆਂ ਦਾ ਵੀ ਜ਼ਿਕਰ ਕੀਤਾ। ਵਾਸ਼ਿੰਗਟਨ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਜੋ ਬਾਈਡਨ ਵੱਲੋਂ ਅੱਜ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕੀ ਗਈ। ਨਾਲ ਹੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਵੀ ਇਸ ਮੌਕੇ ਸਹੁੰ ਚੁੱਕੀ ਗਈ ਹੈ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਜੋ ਪਿਛਲੇ ਦਿਨੀ ਹਿੰਸਾ ਭੜਕੀ ਸੀ, ਉਸ ਨੂੰ ਦੇਖਦਿਆਂ ਕਾਫੀ ਜ਼ਿਆਦਾ ਸੁਰੱਖਿਆ ਦੇ ਪ੍ਰਬੰਧ ਵਾਸ਼ਿੰਗਟਨ ਦੇ ਵਿੱਚ ਕੀਤੇ ਗਏ ਸੀ। ਇੱਥੇ ਲਾਕਡਾਊਨ ਲਗਾਇਆ ਗਿਆ ਸੀ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਜੋ ਬਾਈਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ ਹਨ। ਅੱਜ ਅਮਰੀਕਾ ਦੇ ਵਿੱਚ ਉਹਨਾਂ ਨੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕੀ ਹੈ। ਦੱਸ ਦਈਏ ਕਿ 100 ਸਾਲ ਪੁਰਾਣੀ ਬਾਈਬਲ ਦੇ ਉੱਪਰ ਹੱਥ ਰੱਖ ਕੇ ਉਹਨਾਂ ਵੱਲੋਂ ਸਹੁੰ ਚੁੱਕੀ ਗਈ। ਇਸ ਸਹੁੰ ਚੁੱਕ ਸਮਾਗਮ ਸੁਰੱਖਿਆ ਪ੍ਰਬੰਧਾਂ ਦੇ ਹੇਠ ਹੋਇਆ ਹੈ। ਦੇਸ਼ ਦੇ ਚੀਫ ਜਸਟਿਸ ਜੌਨ ਨੇ ਉਹਨਾਂ ਨੂੰ ਸਹੁੰ ਚੁਕਵਾਈ ਹੈ। ਦੱਸ ਦਈਏ ਕਿ ਜੋ ਬਾਈਡਨ ਅਮਰੀਕਾ ਦੇ ਸਭ ਤੋਂ ਵੱਡੀ ਉਮਰ ਦੇ ਰਾਸ਼ਟਰਪਤੀ ਬਣੇ ਹਨ। ਜੋ ਬਾਈਡਨ ਤੋਂ ਪਹਿਲਾਂ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਹੁੰ ਚੁਕਵਾਈ ਗਈ। ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜਸਟਿਸ ਵੱਲੋਂ ਸਹੁੰ ਚੁਕਵਾਈ ਗਈ। ਦੱਸ ਦਈਏ ਕਿ ਕਮਲਾ ਹੈਰਿਸ ਵੱਲੋਂ ਇਤਿਹਾਸ ਰਚਿਆ ਗਿਆ ਹੈ, ਕਿਉਂਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੇ ਵਿੱਚ ਉਪ ਰਾਸ਼ਟਰਪਤੀ ਔਰਤ ਚੁਣੀ ਗਈ ਹੋਵੇ। ਇਹ ਪਲ ਇਸ ਕਰਕੇ ਵੀ ਇਤਿਹਾਸਿਕ ਰਿਹਾ ਕਿਉਂਕਿ ਉਪ ਰਾਸ਼ਟਰਪਤੀ ਨੂੰ ਸਹੁੰ ਚੁਕਾਉਣ ਵਾਲੀ ਫਰਸਟ ਬਲੈਕ ਸਾਊਥ ਏਸ਼ੀਅਨ ਔਰਤ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਡੋਨਾਲਡ ਟਰੰਪ ਵੱਲੋਂ ਵਾਈਟ ਹਾਊਸ ਛੱਡ ਦਿੱਤਾ ਗਿਆ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਾਰੀਆਂ ਪਰੰਪਰਾਵਾਂ ਨੂੰ ਨਿਭਾਇਆ ਹੈ। ਇਸ ਮੌਕੇ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼, ਬਰੈਕ ਓਬਾਮਾ, ਬਿਲ ਕਲਿੰਟਨ, ਰਿਪਬਲਿਕ ਨੇਤਾ ਮੈਕਾਰਥੀ ਅਤੇ ਮੈਕੋਨਲ ਵੀ ਮੌਜੂਦ ਸਨ। ਬਾਈਡਨ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹਿੰਦੇ ਹੋਏ ਨਜ਼ਰ ਆਏ ਹਨ। ਬਾਈਡਨ ਵੱਲੋਂ ਚਰਚ ਦੀ ਪ੍ਰਾਰਥਨਾ ਸਭਾ ਦੇ ਵਿੱਚ ਸਭ ਨੂੰ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ ਗਿਆ ਸੀ। ਦੱਸੀਏ ਕਿ ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ, ਕਿਉਂਕਿ ਹਾਲ ਹੀ ਦੇ ਵਿੱਚ ਅਮਰੀਕਾ ਅੰਦਰ ਜੋ ਹਿੰਸਾ ਭੜਕੀ ਸੀ, ਉਸ ਦੇ ਚੱਲਦਿਆਂ ਸ਼ੰਕਾ ਸੀ ਕਿ ਅਜਿਹਾ ਕੁਝ ਨਾ ਹੋ ਜਾਵੇ, ਜਿਸ ਦੇ ਚੱਲਦਿਆਂ ਕਾਫੀ ਜ਼ਿਆਦਾ ਸਿਕਿਉਰਿਟੀ ਲਗਾਈ ਗਈ ਸੀ। ਪੂਰਾ ਸ਼ਹਿਰ ਹਾਈ ਅਲਰਟ ਦੇ ਉੱਪਰ ਰਿਹਾ। Please raise your right hand and repeat after me. I, Joseph Robinette Biden Jr., do solemnly swear. I, Joseph Robinette Biden Jr., do solemnly swear. That I will faithfully execute. That I will faithfully execute. The office of President of the United States. Office of President of the United States. And will, to the best of my ability. Will, to the best of my ability. Preserve, protect, and defend. Preserve, protect, and defend. The Constitution of the United States. The Constitution of the United States. So help you God. So help me God. Congratulations, Mr. President.
ਟਾਸਕ ਫੋਰਸ ਦੀ ਮੈਂਬਰ ਨੂੰ ਛੁੱਟੀਆਂ ਮਨਾਉਣੀਆਂ ਜਾਣੀ ਕਿ ਯਾਤਰਾ ਕਰਨੀ ਮਹਿੰਗੀ ਪਈ ਹੈ। ਇਸ ਦੇ ਚੱਲਦਿਆਂ ਹੁਣ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਲਿੰਡਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ। ਓਨਟਾਰੀਓ ਦੇ ਵਿੱਚ ਤੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਨਾਨ ਐਸੈਂਸ਼ੀਅਲ ਟਰੈਵਲ ਤੋਂ ਪਰਹੇਜ਼ ਕੀਤਾ ਜਾਵੇ, ਪਰ ਪਿਛਲੇ ਦਿਨੀ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਸਨ ਜਿੱਥੇ ਇਹਨਾਂ ਨਿਯਮਾਂ ਦਾ ਉਲੰਘਣ ਕੁਝ ਮੰਤਰੀਆਂ ਵੱਲੋਂ ਵੀ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਉਹਨਾਂ ਨੂੰ ਆਪਣੇ ਅਹੁਦੇ ਛੱਡਣੇ ਪਏ। ਓਨਟਾਰੀਓ ਦੀ ਕੋਵਿਡ-19 ਵੈਕਸੀਨ ਟਾਸਕ ਫੋਰਸ ਮੈਂਬਰ ਨੂੰ ਛੁੱਟੀਆਂ ਮਨਾਉਣੀਆਂ ਮਹਿੰਗੀਆਂ ਪਈਆਂ ਹਨ। ਉਸ ਨੂੰ ਅਸਤੀਫਾ ਦੇਣਾ ਪਿਆ। ਇਸ ਤੋਂ ਪਹਿਲਾਂ ਕਈ ਮੰਤਰੀਆਂ ਨੇ ਵੀ ਕੋਵਿਡ ਦੌਰਾਨ ਯਾਤਰਾ ਕੀਤੀ, ਜਿਸ ਦੇ ਚੱਲਦਿਆਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਰਿਜ਼ਾਈਨ ਕਰਨਾ ਪਿਆ ਸੀ। ਪ੍ਰੀਮੀਅਰ ਡਗਫੋਰਡ ਨੇ ਲਿੰਡਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਫੋਰਡ ਨੇ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਲਿੰਡਾ ਦਸੰਬਰ ਦੇ ਵਿੱਚ ਦੇਸ਼ ਤੋਂ ਬਾਹਰ ਗਈ ਸੀ। ਲਿੰਡਾ ਨੇ ਖੁਦ ਵੀ ਇਸ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਉਸਨੇ ਕਿਹਾ ਕਿ ਉਹ ਟਰੈਵਲ ਕਰਨ ਗਈ ਸੀ, ਪਰ ਉਸਨੇ ਕੋਵਿਡ-19 ਗਾਈਡਲਾਈਨਸ ਦੀ ਪਾਲਣਾ ਕੀਤੀ ਹੈ ਅਤੇ ਉਹ ਹੁਣ ਆਪਣੇ ਆਪ ਨੂੰ ਕੁਆਰੰਟਾਈਨ ਵੀ ਕਰ ਰਹੀ ਹੈ। ਉਸਨੇ ਕਿਹਾ ਕਿ ਉਹ ਪ੍ਰੀਮੀਅਰ ਤੋਂ ਮੁਆਫੀ ਮੰਗਦੀ ਹੈ। ਉਸ ਨੂੰ ਯਾਤਰਾ ਕਰਨ ਦਾ ਪਛਤਾਵਾ ਹੈ। ਦੱਸੀਏ ਕਿ ਕੈਨੇਡਾ ਦੇ ਵਿੱਚ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਨਾਨ ਐਸੈਂਸ਼ੀਅਲ ਟਰੈਵਲ ਤੋਂ ਪਰਹੇਜ਼ ਕੀਤਾ ਜਾਵੇ। ਪ੍ਰੋਵਿੰਸਸ ਦੇ ਵਿੱਚ ਦੁਬਾਰਾ ਤੋਂ ਸਖਤੀਆਂ ਕੀਤੀਆਂ ਗਈਆਂ ਨੇ ਤਾਂ ਕਿ ਕੋਵਿਡ-19 ਦੇ ਜੋ ਹਾਲਾਤ ਨੇ ਉਹਨਾਂ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਪਰ ਪਿਛਲੇ ਕੁਝ ਸਮੇਂ ਤੋਂ ਇਹ ਕਾਫੀ ਮਾਮਲੇ ਸਾਹਮਣੇ ਆਏ ਜਿੱਥੇ ਕਈ ਮੰਤਰੀਆਂ ਵੱਲੋਂ ਵੀ ਇਸ ਦਾ ਉਲੰਘਣ ਕੀਤਾ ਗਿਆ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਘਰਾਂ ਦੇ ਵਿੱਚ ਰਹਿਣ, ਪਰ ਕਈ ਮੰਤਰੀ ਇਸ ਦੌਰਾਨ ਛੁੱਟੀਆਂ ਮਨਾਉਂਦੇ ਨਜ਼ਰ ਆਏ ਨੇ, ਜਿਸ ਦੇ ਚੱਲਦਿਆਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਅਤੇ ਹੁਣ ਇਸ ਲਿਸਟ ਦੇ ਵਿੱਚ ਨਾਮ ਓਨਟਾਰੀਓ ਦੀ ਕੋਵਿਡ-19 ਵੈਕਸੀਨ ਟਾਸਕ ਫੋਰਸ ਮੈਂਬਰ ਦਾ ਵੀ ਸ਼ਾਮਿਲ ਹੋ ਗਿਆ ਹੈ। ਕੈਨੇਡਾ ਸਰਕਾਰ ਤੋਂ ਉਡਾਨਾਂ ਦੇ ਉੱਪਰ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਕਿਊਬੈਕ ਦੇ ਪ੍ਰੀਮੀਅਰ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਬਾਕੀ ਕਈ ਦੇਸ਼ਾਂ ਦੇ ਵਿੱਚ ਕੋਵਿਡ-19 ਦਾ ਨਵਾਂ ਵੇਰੀਐਂਟ ਮਿਲਿਆ ਹੈ। ਡਰ ਹੈ ਕਿ ਕੈਨੇਡਾ ਦੇ ਵਿੱਚ ਇਸ ਦਾ ਫੈਲਾਅ ਨਾ ਹੋ ਜਾਵੇ। ਕਾਫੀ ਸਾਰੀਆਂ ਫਲਾਈਟਾਂ ਰੋਜ਼ਾਨਾ ਕਿਊਬੈਕ ਦੇ ਵਿੱਚ ਵੀ ਆ ਰਹੀਆਂ ਨੇ, ਜਿਸ ਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਇੱਥੋਂ ਦੇ ਪ੍ਰੀਮੀਅਰ ਵੱਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਫੈਡਰਲ ਸਰਕਾਰ ਇਹਨਾਂ ਉਡਾਨਾਂ ਦੇ ਉੱਪਰ ਜਾਣੀ ਕਿ ਨਾਨ ਐਸੈਂਸ਼ੀਅਲ ਟਰੈਵਲ ਦੇ ਉੱਪਰ ਹੋਰ ਵੀ ਜ਼ਿਆਦਾ ਪਾਬੰਦੀਆਂ ਲਗਾਵੇ। ਇੱਕ ਵਾਰ ਫਿਰ ਤੋਂ ਕੈਨੇਡਾ ਦੇ ਪ੍ਰੋਵਿੰਸ ਨੇ ਟਰੂਡੋ ਤੋਂ ਮੰਗ ਕੀਤੀ ਹੈ ਕਿ ਸਾਰੇ ਨਾਨ ਐਸੈਂਸ਼ੀਅਲ ਟਰੈਵਲ ਤੇ ਰੋਕ ਲਗਾਈ ਜਾਵੇ। ਕਿਊਬੈਕ ਦੇ ਪ੍ਰੀਮੀਅਰ ਚਾਹੁੰਦੇ ਹਨ ਕਿ ਜੋ ਰੋਜ਼ਾਨਾ ਕਿਊਬੈਕ 에ਅਰਪੋਰਟ ਦੇ ਉੱਪਰ ਫਲਾਈਟਸ ਆਉਂਦੀਆਂ ਹਨ, ਉਹਨਾਂ ਨੂੰ ਬੰਦ ਕੀਤਾ ਜਾਵੇ। ਓਟਵਾ ਦੇ ਵਿੱਚ ਪਹਿਲਾਂ ਹੀ ਪਾਬੰਦੀਆਂ ਨੂੰ ਹੋਰ ਸਖਤ ਕੀਤਾ ਗਿਆ ਹੈ। ਹਰ ਆਉਣ ਵਾਲੀ ਯਾਤਰੀ ਨੂੰ 에ਅਰਪੋਰਟ ਦੇ ਉੱਪਰ ਕੋਵਿਡ-19 ਨੈਗੇਟਿਵ ਟੈਸਟ ਦਿਖਾਉਣਾ ਲਾਜ਼ਮੀ ਕੀਤਾ ਗਿਆ ਹੈ। ਇਹ ਉਡਾਨਾਂ ਤੇ ਰੋਕ ਦੀ ਮੰਗ ਇਸ ਕਰਕੇ ਵੀ ਕੀਤੀ ਜਾ ਰਹੀ ਹੈ ਕਿਉਂਕਿ ਯੂਰਪ, ਅਫਰੀਕਾ ਅਤੇ ਸਾਊਥ ਅਮਰੀਕਾ ਦੇ ਵਿੱਚ ਕੋਵਿਡ ਦਾ ਨਵਾਂ ਵੇਰੀਐਂਟ ਮਿਲਿਆ ਹੈ। ਇਸ ਦੇ ਨਾਲ ਕਾਫੀ ਜ਼ਿਆਦਾ ਚਿੰਤਾ ਸਿਹਤ ਮਾਹਿਰਾਂ ਦੀ ਵੀ ਵੱਧ ਗਈ ਹੈ। ਇਸ ਦਾ ਡਰ ਹੈ ਪ੍ਰੋਵਿੰਸਸ ਨੂੰ ਕਿ ਕੈਨੇਡਾ ਦੇ ਵਿੱਚ ਇਸ ਵੇਰੀਐਂਟ ਦਾ ਫੈਲਾਅ ਨਾ ਹੋ ਜਾਵੇ। ਦੱਸੀਏ ਕਿ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਉਡਾਨਾਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਕੈਨੇਡਾ ਦੇ ਵਿੱਚ ਹਾਲਾਤ ਇਸ ਤੋਂ ਜ਼ਿਆਦਾ ਵਿਗੜਦੇ ਹਨ ਤਾਂ ਫਿਰ ਬਿਨਾਂ ਚੇਤਾਵਨੀ ਦਿੱਤਿਆਂ ਉਡਾਨਾਂ ਦੇ ਉੱਪਰ ਰੈਸਟ੍ਰਿਕਸ਼ਨਸ ਜਾਣੀ ਕਿ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਪਰ ਇਸ ਦੇ ਉੱਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਕਿ ਇਹਨਾਂ ਉਡਾਨਾਂ ਦੇ ਉੱਪਰ ਸਖਤੀਆਂ ਕਰਨੀਆਂ ਨੇ ਜਾਂ ਫਿਰ ਨਹੀਂ। ਦੱਸਦੀਏ ਕਿ ਕਿਊਬੈਕ ਦੇ ਵਿੱਚ ਸਖਤੀਆਂ ਕਾਰਨ ਘੱਟ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਦੇ ਵਿੱਚ ਪ੍ਰੀਮੀਅਰ ਤੇ ਸਰਕਾਰ ਇਹ ਚਾਹੁੰਦੀ ਹੈ ਕਿ ਰਿਸਕ ਨਾ ਲਿਆ ਜਾਵੇ। ਅਲਬਰਟਾ ਵੱਲੋਂ ਆਪਣੇ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ 50 ਉਮੀਦਵਾਰਾਂ ਨੂੰ ਸੱਦਾ ਜਾਰੀ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਸ ਸਾਲ ਦਾ ਪਹਿਲਾ ਡਰਾਅ ਤਾਂ ਹੈ ਹੀ, ਪਰ ਅਲਬਰਟਾ ਵੱਲੋਂ ਜੁਲਾਈ 2020 ਤੋਂ ਬਾਅਦ ਵੀ ਇਹ ਪਹਿਲਾ ਡਰਾਅ ਕੱਢਿਆ ਗਿਆ। ਇਸ ਤੋਂ ਪਹਿਲਾਂ ਉਹਨਾਂ ਵੱਲੋਂ ਕੋਈ ਵੀ ਡਰਾਅ ਜੋ ਬਾਕੀ ਸਮਾਂ ਸੀ ਉਸ ਦੇ ਵਿੱਚ ਨਹੀਂ ਐਲਾਨਿਆ ਗਿਆ। ਇੱਕ ਟੀਚਾ ਰੱਖਿਆ ਗਿਆ ਸੀ ਜਿਸ ਦੇ ਤਹਿਤ ਪਿਛਲੀ ਵਾਰ ਜੋ ਸਿਰਫ 4000 ਉਮੀਦਵਾਰਾਂ ਨੂੰ ਹੀ ਸੱਦੇ ਜਾਰੀ ਕੀਤੇ ਗਏ ਨੇ। ਇਸ ਵਾਰ ਕਿੰਨੇ ਡਰਾਅ ਕੱਢੇ ਜਾਣਗੇ ਇਸ ਦੇ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ, ਪਰ ਚੰਗੀ ਖਬਰ ਹੈ ਕਿ ਅਲਬਰਟਾ ਵੱਲੋਂ ਕਾਫੀ ਲੰਬੇ ਸਮੇਂ ਬਾਅਦ ਇਹ ਨਵਾਂ ਡਰਾਅ ਕੱਢਿਆ ਗਿਆ ਹੈ। ਜੂਨ 2020 ਤੋਂ ਬਾਅਦ ਅਲਬਰਟਾ ਨੇ ਨਵੇਂ ਡਰਾਅ ਦਾ ਐਲਾਨ ਕੀਤਾ ਹੈ। ਜਨਵਰੀ 8 ਨੂੰ ਇਹ ਡਰਾਅ ਕੱਢਿਆ ਗਿਆ। ਪ੍ਰੋਵਿੰਸ਼ੀਅਲ ਨੋਮੀਨੀ ਦੇ ਲਈ ਪੀਆਰ ਵਾਸਤੇ ਨਵੇਂ ਡਰਾਅ ਦੇ ਤਹਿਤ ਸੱਦੇ ਜਾਰੀ ਕੀਤੇ ਗਏ। ਅਲਬਰਟਾ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਦੇ ਤਹਿਤ 50 ਉਮੀਦਵਾਰਾਂ ਨੂੰ ਅਲਬਰਟਾ ਐਕਸਪ੍ਰੈਸ ਐਂਟਰੀ ਦੇ ਤਹਿਤ ਇਨਵੀਟੇਸ਼ਨ ਦਿੱਤੇ ਗਏ। ਇਨਵਾਈਟਡ ਕੈਂਡੀਡੇਟਸ ਦੇ ਕੋਲ ਸਹੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅਤੇ ਘੱਟੋ-ਘੱਟ 406 ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਹੋਣੇ ਜ਼ਰੂਰੀ ਹਨ। ਇੱਥੇ ਦੱਸਣਾ ਬਣਦਾ ਹੈ ਕਿ 2020 ਦੇ ਵਿੱਚ ਅਲਬਰਟਾ ਦੇ ਕੋਲ 6250 ਨੋਮੀਨੇਸ਼ਨ ਸਰਟੀਫਿਕੇਟ ਇਸ਼ੂ ਕਰਨ ਦਾ ਅਧਿਕਾਰ ਸੀ, ਪਰ ਕੋਵਿਡ ਦੇ ਚੱਲਦਿਆਂ ਅਲਬਰਟਾ ਨੇ 4000 ਨੋਮੀਨੇਸ਼ਨ ਸਰਟੀਫਿਕੇਟ ਹੀ ਜਾਰੀ ਕੀਤੇ।
ਇਹ ਸਾਰੇ ਸਰਟੀਫਿਕੇਟਸ ਜੂਨ 2020 ਤੱਕ ਦਿੱਤੇ ਗਏ। ਇਸ ਤੋਂ ਬਾਅਦ ਕੋਈ ਵੀ ਡਰਾਅ ਨਹੀਂ ਕੱਢਿਆ ਗਿਆ। 2021 ਦੇ ਵਿੱਚ ਕਿੰਨੇ ਨੋਮੀਨੇਸ਼ਨ ਜਾਰੀ ਕੀਤੇ ਜਾਣਗੇ, ਇਸ ਦੀ ਜਾਣਕਾਰੀ ਅਜੇ ਐਲਬਰਟਾ ਵੱਲੋਂ ਸਾਂਝੀ ਨਹੀਂ ਕੀਤੀ ਗਈ। ਪਰ ਇੱਕ ਚੰਗੀ ਖਬਰ ਹੈ ਕਿ ਐਲਬਰਟਾ ਵੱਲੋਂ ਆਪਣੇ ਸਾਲ ਦੇ ਪਹਿਲੇ ਡਰਾਅ ਦਾ ਐਲਾਨ ਕੀਤਾ ਗਿਆ, ਜੋ ਕਿ ਜੂਨ 2020 ਤੋਂ ਬਾਅਦ ਕੱਢਿਆ ਗਿਆ ਪਹਿਲਾ ਡਰਾਅ ਹੈ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਲਬਰਟਾ ਵੱਲੋਂ ਕਿੰਨੇ ਡਰਾਅ ਕੱਢੇ ਜਾਂਦੇ ਹਨ ਅਤੇ ਕਿੰਨੇ ਸੱਦੇ ਜਾਰੀ ਕੀਤੇ ਜਾਂਦੇ ਨੇ। ਨੋਵਾ ਸਕੋਸ਼ੀਆ ਨੇ ਇਸ ਸਾਲ ਦੇ ਪਹਿਲੇ ਡਰਾਅ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਕਿੰਨੇ ਉਮੀਦਵਾਰਾਂ ਨੂੰ ਸੱਦਾ ਜਾਰੀ ਕੀਤਾ ਗਿਆ, ਇਸ ਦੀ ਜਾਣਕਾਰੀ ਅਜੇ ਸਾਂਝੀ ਨਹੀਂ ਕੀਤੀ ਗਈ। ਨੋਵਾ ਸਕੋਸ਼ੀਆ ਵੱਲੋਂ ਸਾਲ ਦੇ ਪਹਿਲੇ ਡਰਾਅ ਦਾ ਐਲਾਨ ਕੀਤਾ ਗਿਆ। ਜਨਵਰੀ 19 ਨੂੰ ਇਹ ਡਰਾਅ ਕੱਢਿਆ ਗਿਆ, ਜਿਸ ਦੇ ਵਿੱਚ ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਲੇਬਰ ਪ੍ਰਾਇਓਰਿਟੀਜ਼ ਦੇ ਜ਼ਰੀਏ ਪ੍ਰੋਵਿੰਸ਼ੀਅਲ ਨੋਮੀਨੀ ਦੇ ਪੀਆਰ ਦੇ ਲਈ ਸੱਦੇ ਜਾਰੀ ਕੀਤੇ ਗਏ। ਨੋਵਾ ਸਕੋਸ਼ੀਆ ਨੇ ਅਜੇ ਇਹ ਨਹੀਂ ਦੱਸਿਆ ਕਿ ਕਿੰਨੇ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ। ਸਟ੍ਰੀਮ ਐਕਸਪ੍ਰੈਸ ਐਂਟਰੀ ਦੇ ਨਾਲ ਲਿੰਕਡ ਹੈ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਨੂੰ ਇਨਵੀਟੇਸ਼ਨ ਮਿਲੇ ਹਨ, ਉਹਨਾਂ ਕੋਲ ਫੈਡਰਲ ਐਕਸਪ੍ਰੈਸ ਐਂਟਰੀ ਦੇ ਵਿੱਚ ਵੈਲਿਡ ਪ੍ਰੋਫਾਈਲ ਹੋਣੀ ਜ਼ਰੂਰੀ ਹੈ। ਇਨਵੀਟੇਸ਼ਨ ਲੈਣ ਵਾਸਤੇ ਉਮੀਦਵਾਰਾਂ ਕੋਲ ਲੈਟਰ ਆਫ ਇੰਟਰਸਟ ਹੋਣਾ ਚਾਹੀਦਾ ਹੈ। ਉਮੀਦਵਾਰਾਂ ਕੋਲ ਕੰਮ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ। ਆਪਣੇ ਆਪ ਨੂੰ ਨੋਵਾ ਸਕੋਸ਼ੀਆ ਦੇ ਵਿੱਚ ਐਸਟੈਬਲਿਸ਼ ਕਰਨ ਵਾਸਤੇ ਪੈਸੇ ਹੋਣੇ ਜ਼ਰੂਰੀ ਨੇ ਅਤੇ ਫੀਸ ਭਰਨੀ ਵੀ ਲਾਜ਼ਮੀ ਹੈ। ਉਮੀਦਵਾਰਾਂ ਨੂੰ 4 ਸਾਲ ਦੇ ਤਜਰਬੇ ਦਾ ਰੈਫਰੈਂਸ ਲੈਟਰ ਦੇਣਾ ਜ਼ਰੂਰੀ ਹੋਵੇਗਾ। ਨਾਲ ਹੀ ਬੈਚਲਰਸ ਡਿਗਰੀ ਜਾਂ ਫਿਰ 3 ਸਾਲ ਦਾ ਕੋਰਸ ਕੀਤਾ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਕੈਨੇਡੀਅਨ ਲੈਂਗੁਏਜ ਬੈਂਚਮਾਰਕ 9 ਜਾਂ ਫਿਰ ਇੰਗਲਿਸ਼ ਦੇ ਵਿੱਚ ਜ਼ਿਆਦਾ ਸਕੋਰ ਹੋਣੇ ਚਾਹੀਦੇ ਹਨ। ਜਿਨ੍ਹਾਂ ਨੂੰ ਇਨਵੀਟੇਸ਼ਨ ਮਿਲੇ ਹਨ, ਉਹਨਾਂ ਦੇ ਕੋਲ 18 ਫਰਵਰੀ 2021 ਤੱਕ ਦਾ ਸਮਾਂ ਹੈ ਅਰਜ਼ੀ ਜਮ੍ਹਾਂ ਕਰਵਾਉਣ ਵਾਸਤੇ। ਇਸ ਅਰਜ਼ੀ ਦੇ ਵਿੱਚ ਲੈਂਗੁਏਜ ਟੈਸਟ ਦੀ ਕਾਪੀ, ਐਜੂਕੇਸ਼ਨ ਪ੍ਰੂਫ ਅਤੇ ਕੰਮ ਦਾ ਪ੍ਰੂਫ ਹੋਣਾ ਜ਼ਰੂਰੀ ਹੈ। ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਜੋ ਬਾਈਡਨ, ਜੋ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕ ਚੁੱਕੇ ਨੇ, ਉਹਨਾਂ ਵੱਲੋਂ ਕਈ ਬਦਲਾਵ ਕੀਤੇ ਜਾ ਸਕਦੇ ਨੇ ਜੋ ਟਰੰਪ ਵੱਲੋਂ ਨਿਯਮ ਬਣਾਏ ਗਏ ਸਨ। ਦਰਅਸਲ ਟਰੰਪ ਵੱਲੋਂ ਮੈਕਸੀਕੋ ਬਾਰਡਰ ਦੇ ਉੱਪਰ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਇੱਥੋਂ ਨਾ ਅਮਰੀਕਾ ਦੇ ਵਿੱਚ ਦਾਖਲ ਹੋਵੇ, ਇੱਕ ਕੰਧ ਦੀ ਉਸਾਰੀ ਕੀਤੀ ਜਾ ਰਹੀ ਸੀ। ਸੋ ਜੋ ਬਾਈਡਨ ਇਸ ਦੇ ਉੱਪਰ ਰੋਕ ਲਗਾ ਸਕਦੇ ਹਨ। ਹੋਰ ਵੀ ਕਈ ਅਜਿਹੇ ਰੂਲਸ ਹਨ, ਅਜਿਹੀਆਂ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਜੋ ਬਾਈਡਨ ਵੱਲੋਂ ਬਦਲਿਆ ਜਾ ਸਕਦਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੋ ਬਾਈਡਨ ਇਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਹੱਲ ਕਰਨਗੇ। ਖਾਸ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਅਜਿਹੇ ਨਾਗਰਿਕ ਨੇ ਜੋ ਕਿ ਬਿਨਾਂ ਡਾਕੂਮੈਂਟਸ ਦੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੂੰ ਵੀ ਪੱਕਾ ਕੀਤਾ ਜਾਣਾ ਜੋ ਬਾਈਡਨ ਦੇ ਲਈ ਪਹਿਲ ਦੇ ਆਧਾਰ ਦੇ ਉੱਪਰ ਹੋਵੇਗਾ। ਜੋ ਬਾਈਡਨ ਨੇ ਅੱਜ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਸਹੁੰ ਚੁੱਕ ਲਈ ਹੈ। ਬਾਈਡਨ ਹੁਣ ਟਰੰਪ ਦੇ ਫੈਸਲਿਆਂ ਨੂੰ ਬਦਲ ਸਕਦੇ ਨੇ। ਇਸ ਦੇ ਨਾਲ ਹੀ ਇਹ ਅਪਡੇਟ ਵੀ ਸਾਹਮਣੇ ਆ ਰਹੀ ਹੈ ਕਿ ਮੈਕਸੀਕੋ ਸਰਹੱਦ ਦੇ ਉੱਪਰ ਕੰਧ ਦੀ ਉਸਾਰੀ ਨੂੰ ਵੀ ਰੋਕਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਬਣਨ ਦੇ ਕੁਝ ਘੰਟਿਆਂ ਦੇ ਵਿੱਚ ਹੀ ਟਰੰਪ ਦੇ ਫੈਸਲਿਆਂ ਨੂੰ ਬਦਲਿਆ ਜਾ ਸਕਦਾ ਹੈ। ਬਾਈਡਨ ਅਮਰੀਕਾ ਦੀ ਵਿਸ਼ਵ ਸਿਹਤ ਸੰਗਠਨ ਦੇ ਵਿੱਚ ਵਾਪਸੀ ਦਾ ਵੀ ਐਲਾਨ ਕਰ ਸਕਦੇ ਹਨ। ਇਸ ਦੇ ਨਾਲ ਹੀ ਪੈਰਿਸ ਜਲਵਾਯੂ ਦੇ ਵਿੱਚ ਅਮਰੀਕਾ ਦੁਬਾਰਾ ਸ਼ਾਮਿਲ ਹੋ ਸਕਦਾ ਹੈ। ਨਾਲ ਹੀ ਮੁਸਲਿਮ ਦੇਸ਼ਾਂ ਦੇ ਵਿੱਚ ਯਾਤਰਾ ਦੇ ਲਈ ਜੋ ਪਾਬੰਦੀ ਲਗਾਈ ਗਈ ਹੈ, ਉਸ ਨੂੰ ਵੀ ਹਟਾਇਆ ਜਾ ਸਕਦਾ ਹੈ। ਮੈਕਸੀਕੋ ਸਰਹੱਦ ਤੇ ਕੰਧ ਦੀ ਉਸਾਰੀ ਦੇ ਕੰਮ ਤੇ ਵੀ ਬਾਈਡਨ ਰੋਕ ਲਗਾ ਸਕਦੇ ਨੇ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਖਲ ਹੋਣ ਵਾਲਿਆਂ ਨੂੰ ਰੋਕਣ ਦੇ ਲਈ ਡੋਨਾਲਡ ਟਰੰਪ ਨੇ ਇਸ ਦੀਵਾਰ ਨੂੰ ਜਾਣੀ ਕਿ ਕੰਧ ਨੂੰ ਬਣਾਉਣ ਦਾ ਹੁਕਮ ਜਾਰੀ ਕੀਤਾ ਸੀ। ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਬਾਈਡਨ ਰਾਸ਼ਟਰਪਤੀ ਬਣਦੇ ਪਹਿਲੇ ਦਿਨ ਹੀ ਘੱਟੋ-ਘੱਟ 17 ਹੁਕਮਾਂ ਦੇ ਉੱਪਰ ਦਸਤਖਤ ਕਰਨਗੇ, ਜਿਨ੍ਹਾਂ ਦੇ ਵਿੱਚ 8 ਸਿੱਧੇ ਟਰੰਪ ਦੇ ਫੈਸਲੇ ਉਲਟਾਉਣ ਦੇ ਨਾਲ ਜੁੜੇ ਹੋਏ ਹਨ। ਜੋ ਬਾਈਡਨ ਵੱਲੋਂ ਤਾਂ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਗਈ ਹੈ ਕਿ 100 ਦਿਨਾਂ ਦੇ ਤੱਕ ਅਮਰੀਕਨਸ ਨੂੰ ਮਾਸਕ ਪਾਉਣ ਦੇ ਲਈ ਕਿਹਾ ਜਾਵੇਗਾ। ਸਰਕਾਰੀ ਆਫਿਸ ਦੇ ਵਿੱਚ ਮਾਸਕ ਅਤੇ ਫਿਜ਼ੀਕਲ ਡਿਸਟੈਂਸਿੰਗ ਦੇ ਲਈ ਆਦੇਸ਼ ਜਾਰੀ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪਹਿਲੇ ਹੀ ਦਿਨ ਇਮੀਗ੍ਰੇਸ਼ਨ ਬਿੱਲ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਤਹਿਤ ਅਮਰੀਕਾ ਦੇ ਵਿੱਚ ਬਿਨਾਂ ਕਾਨੂੰਨੀ ਦਰਜੇ ਦੇ ਰਹਿ ਰਹੇ 1 ਕਰੋੜ 10 ਲੱਖ ਲੋਕਾਂ ਨੂੰ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਹੋ ਜਾਵੇਗਾ। ਇਸ ਦੇ ਨਾਲ ਤਕਰੀਬਨ 5 ਲੱਖ ਭਾਰਤੀ ਮੂਲ ਦੇ ਲੋਕਾਂ ਨੂੰ ਫਾਇਦਾ ਪਹੁੰਚੇਗਾ। WHO ਅਤੇ ਚੀਨ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ ਹੈ ਤੇ ਇਹ ਸਵਾਲਾਂ ਦਾ ਘੇਰਾ ਕੋਵਿਡ-19 ਦੇ ਕਰਕੇ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ। ਪਹਿਲਾਂ ਵੀ WHO ਨੂੰ ਕਈ ਤਰ੍ਹਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਚੁੱਕਿਆ ਹੈ। ਚੀਨ ਦੇ ਵੁਹਾਨ ਤੋਂ ਕੋਵਿਡ-19 ਵਾਇਰਸ ਦੀ ਸ਼ੁਰੂਆਤ ਹੋਈ, ਜਿਸ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ। ਇੱਕ ਇੰਡੀਪੈਂਡੈਂਟ ਕਮੇਟੀ ਵੱਲੋਂ ਆਪਣੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ WHO ਤੋਂ ਵੀ ਕਈ ਤਰ੍ਹਾਂ ਦੇ ਸਵਾਲ ਪੁੱਛੇ ਨੇ। ਉਹਨਾਂ ਕਿਹਾ ਹੈ ਕਿ ਜੇਕਰ ਚਾਈਨਾ ਸ਼ੁਰੂਆਤ ਦੇ ਵਿੱਚ ਹੀ ਸਭ ਨੂੰ ਇਸ ਬਾਰੇ ਦੱਸ ਦਿੰਦਾ ਤੇ WHO ਇਸ ਨੂੰ ਜੋ ਪੈਂਡੇਮਿਕ ਡਿਕਲੇਅਰ ਜਾਣੀ ਕਿ ਐਲਾਨ ਕਰ ਦਿੰਦਾ ਤਾਂ ਫਿਰ ਕਾਫੀ ਜ਼ਿਆਦਾ ਹਾਲਾਤ ਸੁਧਾਰੇ ਜਾ ਸਕਦੇ ਹਨ।
ਕੋਵਿਡ-19 ਵਾਇਰਸ ਦੇ ਬਾਰੇ ਵਿੱਚ ਚਾਈਨਾ ਅਤੇ WHO ਦੇ ਉੱਪਰ ਅਜੇ ਵੀ ਕਈ ਤਰ੍ਹਾਂ ਦੇ ਸਵਾਲ ਬਰਕਰਾਰ ਹਨ। ਇਹਨਾਂ ਦੋਨਾਂ ਨੂੰ ਕਈ ਵਾਰ ਕੋਵਿਡ-19 ਦੇ ਚੱਲਦਿਆਂ ਇਸ ਮਾਮਲੇ ਦੇ ਉੱਪਰ ਘੇਰਿਆ ਜਾ ਚੁੱਕਿਆ ਹੈ। ਹੁਣ ਇੱਕ ਨਵਾਂ ਦਾਅਵਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕੋਰੋਨਾ ਦੇ ਲਈ ਚਾਈਨਾ ਅਤੇ WHO ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਦਰਅਸਲ ਇਹ ਦਾਅਵਾ ਜਾਂਚ ਪੈਨਲ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇ ਝੂਠ ਦੇ ਕਾਰਨ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਹੈ। ਚੀਨ ਦੇ ਵੁਹਾਨ ਤੋਂ ਜੋ ਕੋਵਿਡ-19 ਸ਼ੁਰੂ ਹੋਇਆ ਉਸਨੇ ਪੂਰੀ ਦੁਨੀਆ ਨੂੰ ਆਪਣਾ ਸ਼ਿਕਾਰ ਬਣਾਇਆ। ਚੀਨ ਤੋਂ ਨਿਕਲ ਕੇ ਇਹ ਵਾਇਰਸ ਪੂਰੀ ਦੁਨੀਆ ਦੇ ਵਿੱਚ ਤਬਾਹੀ ਮਚਾ ਰਿਹਾ ਹੈ ਤੇ ਇਸ ਦੇ ਨਾਲ ਸੰਬੰਧਿਤ ਸਮੇਂ-ਸਮੇਂ ਦੇ ਉੱਪਰ ਕਈ ਸੱਚ ਸਾਹਮਣੇ ਆਉਂਦੇ ਨੇ। ਇੱਕ ਇੰਡੀਪੈਂਡੈਂਟ ਪੈਨਲ ਵੱਲੋਂ ਹੁਣ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਕਾਰਨ ਹੀ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਚਾਈਨਾ ਚਾਹੁੰਦਾ ਤਾਂ ਇਸ ਵਾਇਰਸ ਨੂੰ ਰੋਕ ਸਕਦਾ ਸੀ ਪਰ ਉਸਨੇ ਸਮੇਂ ਰਹਿੰਦੇ ਇਸ ਨੂੰ ਕਾਬੂ ਨਹੀਂ ਕੀਤਾ। ਮਾਹਿਰਾਂ ਦੇ ਪੈਨਲ ਨੇ ਕੋਰੋਨਾ ਵਾਇਰਸ ਮਹਾਮਾਰੀ ਯਾਨੀ ਕਿ ਪੈਂਡੈਮਿਕ ਨੂੰ ਸ਼ੁਰੂਆਤ ਦੇ ਵਿੱਚ ਰੋਕਣ ਦੇ ਲਈ ਤੁਰੰਤ ਕਦਮ ਨਾ ਚੁੱਕਣ ਨੂੰ ਲੈ ਕੇ ਚਾਈਨਾ ਅਤੇ ਹੋਰ ਕਈ ਦੇਸ਼ਾਂ ਨੂੰ ਵੀ ਘੇਰਿਆ ਹੈ ਕਿਉਂਕਿ ਦੇਰੀ ਦੇ ਨਾਲ ਇਸ ਨੂੰ ਪੈਂਡੈਮਿਕ ਡਿਕਲੇਅਰ ਯਾਨੀ ਕਿ ਐਲਾਨ ਕੀਤਾ ਗਿਆ। ਇਸ ਦੇ ਚੱਲਦਿਆਂ ਕਈ ਸਵਾਲ ਵਿਸ਼ਵ ਸਿਹਤ ਸੰਗਠਨ ਦੇ ਉੱਪਰ ਵੀ ਖੜੇ ਕੀਤੇ ਜਾ ਰਹੇ ਹਨ। ਪੈਨਲ ਨੇ ਕਿਹਾ ਹੈ ਕਿ ਜੇਕਰ ਚਾਈਨਾ ਸਮੇਂ ਸਿਰ ਇਸ ਦੇ ਬਾਰੇ ਜਾਣਕਾਰੀ ਦੇ ਦਿੰਦਾ ਤਾਂ ਫਿਰ ਕੋਸ਼ਿਸ਼ਾਂ ਕਰਕੇ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕਦਾ ਸੀ। ਪੈਨਲ ਨੇ ਇਸ ਦੇ ਉੱਪਰ ਹੈਰਾਨੀ ਪ੍ਰਗਟ ਕੀਤੀ ਹੈ ਕਿ WHO ਨੇ ਤੁਰੰਤ ਇਸ ਪੈਂਡੈਮਿਕ ਨੂੰ ਸਿਹਤ ਐਮਰਜੈਂਸੀ ਕਿਉਂ ਐਲਾਨ ਨਹੀਂ ਕੀਤਾ। ਪੈਨਲ ਨੇ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਦੱਸੀਏ ਕਿ 22 ਜਨਵਰੀ ਨੂੰ ਇੱਕ ਐਮਰਜੈਂਸੀ ਮੀਟਿੰਗ WHO ਵੱਲੋਂ ਸੱਦੀ ਗਈ ਸੀ ਜਿਸ ਤੋਂ ਬਾਅਦ 11 ਮਾਰਚ ਨੂੰ ਉਹਨਾਂ ਨੇ ਇਸ ਨੂੰ ਵਰਲਡ ਵਾਈਡ ਪੈਂਡੈਮਿਕ ਐਲਾਨ ਕੀਤਾ ਸੀ। ਇਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੂੰ ਕਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਤੋਂ ਕੁਝ ਲੋਕ ਫਲੋਰੀਡਾ ਦੇ ਵਿੱਚ ਘੁੰਮਣ ਆਏ ਤੇ ਉਹਨਾਂ ਨੂੰ ਇੱਕ ਖਾਸ ਸੁਵਿਧਾ ਮਿਲੀ। ਇਹ ਸੁਵਿਧਾ ਮਿਲੀ ਪਹਿਲ ਦੇ ਆਧਾਰ ਦੇ ਉੱਪਰ ਕੋਵਿਡ-19 ਵੈਕਸੀਨ ਲਗਵਾਉਣ ਦੀ। ਅਜਿਹੇ ਦੇ ਵਿੱਚ ਇਹ ਲੋਕ ਤਾਂ ਖੁਸ਼ ਨੇ ਕਿਉਂਕਿ ਕੈਨੇਡਾ ਦੇ ਵਿੱਚ ਜੇਕਰ ਇਹ ਹੁੰਦੇ ਤਾਂ ਫਿਰ ਇਹਨਾਂ ਨੂੰ ਕਾਫੀ ਜ਼ਿਆਦਾ ਇੰਤਜ਼ਾਰ ਕਰਨਾ ਪੈਣਾ ਸੀ ਟੀਕਾ ਲਗਵਾਉਣ ਦੇ ਲਈ, ਪਰ ਇੱਥੇ ਘੁੰਮਣ ਆਏ ਤੇ ਉੱਥੇ ਜੋ ਐਲਾਨ ਕੀਤਾ ਗਿਆ ਉਸ ਦੇ ਚੱਲਦਿਆਂ ਇਹਨਾਂ ਨੂੰ ਇੱਥੇ ਵੈਕਸੀਨੇਸ਼ਨ ਲਗਾਈ ਗਈ ਹੈ। ਇਹ ਲੋਕ ਤਾਂ ਖੁਸ਼ ਨੇ ਪਰ ਸਥਾਨਕ ਲੋਕ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਕਾਫੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਫਲੋਰੀਡਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਤੋਂ ਕੁਝ ਲੋਕ ਇੱਥੇ ਘੁੰਮਣ ਆਏ ਅਤੇ ਉਹਨਾਂ ਨੂੰ ਇੱਕ ਖਾਸ ਸੁਵਿਧਾ ਦਿੱਤੀ ਗਈ। ਇਹਨਾਂ ਲੋਕਾਂ ਵੱਲੋਂ ਇਸ ਉੱਤੇ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਦਰਅਸਲ ਹੋਇਆ ਇਹ ਕਿ ਕੁਝ ਕੈਨੇਡੀਅਨ ਦੱਖਣੀ ਸਰਹੱਦ ਤੇ ਘੁੰਮਣ ਗਏ ਹੋਏ ਸਨ। ਇਹਨਾਂ ਲੋਕਾਂ ਨੂੰ ਫਲੋਰੀਡਾ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਪਰ ਕੋਰੋਨਾ ਤੋਂ ਬਚਾਅ ਦੇ ਲਈ ਟੀਕੇ ਲੱਗ ਰਹੇ ਹਨ। ਇਹਨਾਂ ਵੱਲੋਂ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ ਗਿਆ ਹੈ। ਹਾਲਾਂਕਿ ਜੋ ਸਥਾਨਕ ਲੋਕ ਹਨ ਉਹਨਾਂ ਦੇ ਵਿੱਚ ਇਸ ਨੂੰ ਲੈ ਕੇ ਗੁੱਸਾ ਦੇਖਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਬਾਹਰੋਂ ਜਿਹੜੇ ਲੋਕ ਆਏ ਹਨ ਉਹਨਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ ਜਦਕਿ ਉਹਨਾਂ ਵੱਲੋਂ ਲੰਬਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਅਜੇ ਤੱਕ ਉਹਨਾਂ ਨੂੰ ਕੋਰੋਨਾ ਦਾ ਟੀਕਾ ਨਹੀਂ ਮਿਲਿਆ। ਫਲੋਰੀਡਾ ਦੇ ਵਿੱਚ ਸਿਹਤ ਅਧਿਕਾਰੀਆਂ ਨੇ ਹੁਕਮ ਜਾਰੀ ਕੀਤੇ ਕਿ ਜਿਹੜੇ 65 ਸਾਲ ਤੋਂ ਵੱਧ ਉਮਰ ਦੇ ਲੋਕ ਹਨ ਉਹਨਾਂ ਨੂੰ ਕੋਰੋਨਾ ਵੈਕਸੀਨ ਪਹਿਲ ਦੇ ਆਧਾਰ ਦੇ ਉੱਪਰ ਲਗਾਈ ਜਾਵੇ। ਹਾਲਾਂਕਿ ਸਥਾਨਕ ਅਧਿਕਾਰੀ ਕਹਿ ਰਹੇ ਹਨ ਕਿ ਲੋਕ ਅਜੇ ਇੱਥੇ ਘੁੰਮਣ ਦੇ ਲਈ ਨਾ ਆਉਣ ਪਰ ਸਥਾਨਕ ਲੋਕਾਂ ਨੂੰ ਕਮਰੇ ਕਿਰਾਏ ਤੇ ਦੇਣ ਤੋਂ ਰੋਕਣ ਦੇ ਲਈ ਸਰਕਾਰ ਵੱਲੋਂ ਕੋਈ ਯੋਜਨਾ ਨਹੀਂ ਬਣਾਈ ਗਈ। ਜੋ ਲੋਕ ਇੱਥੇ ਆਏ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਕਦੇ ਵੀ ਸੋਚਿਆ ਨਹੀਂ ਸੀ ਕਿ ਵੈਕਸੀਨੇਸ਼ਨ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਇਹ ਟੀਕਾ ਲੱਗ ਜਾਵੇਗਾ। ਉਹਨਾਂ ਕਿਹਾ ਹੈ ਕਿ ਕੈਨੇਡਾ ਦੇ ਵਿੱਚ ਅਜੇ ਉਹਨਾਂ ਨੂੰ ਕਾਫੀ ਜ਼ਿਆਦਾ ਇੰਤਜ਼ਾਰ ਕਰਨਾ ਪਵੇਗਾ ਪਰ ਫਲੋਰੀਡਾ ਦੇ ਵਿੱਚ ਆ ਕੇ ਉਹਨਾਂ ਨੂੰ ਇਸ ਦਾ ਫਾਇਦਾ ਹੋ ਗਿਆ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੋਵਿਡ-19 ਦੀ ਕੀ ਮੌਜੂਦਾ ਸਥਿਤੀ ਹੈ ਜਾਣੀ ਕਿ ਕੀ ਕੇਸਿਸ ਓਵਰਵਿਊ ਹੈ। 24 ਘੰਟਿਆਂ ਦੌਰਾਨ ਓਨਟਾਰੀਓ ਤੋਂ 2655 ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 99 ਲੋਕਾਂ ਦੀ ਇਸ ਵਾਇਰਸ ਕਾਰਨ ਇੱਥੇ ਜਾਨ ਵੀ ਕੀਤੀ ਗਈ ਹੈ। ਟੋਰਾਂਟੋ ਤੋਂ 925, ਪੀਲ ਰੀਜਨ ਤੋਂ 473, ਯਾਰਕ ਰੀਜਨ ਤੋਂ 226, ਵਿੰਸਰ ਐਸੈਕਸ ਤੋਂ 179 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸੀਏ ਕਿ 24 ਘੰਟਿਆਂ ਦੌਰਾਨ ਇੱਥੇ 54,307 ਟੈਸਟ ਕੀਤੇ ਗਏ ਨੇ। ਇੱਕ ਦਿਨ ਦੇ ਵਿੱਚ 3,714 ਰਿਕਵਰਡ ਕੇਸਿਸ ਵੀ ਰਿਪੋਰਟ ਕੀਤੇ ਗਏ। ਇਸ ਸਮੇਂ ਪ੍ਰੋਵਿੰਸ ਦੇ ਵਿੱਚ 26,467 ਕਨਫਰਮਡ ਐਕਟਿਵ ਕੇਸਿਸ ਹਨ। अस्पताल ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,598 ਹੈ ਜਿਨ੍ਹਾਂ ਵਿੱਚੋਂ 395 ਇੰਟੈਂਸਿਵ ਕੇਅਰ ਅਧੀਨ ਹਨ ਅਤੇ 296 ਵੈਂਟੀਲੇਟਰ ਦੇ ਉੱਪਰ ਨੇ। ਕਿਬੈਕ ਦੇ ਵਿੱਚ 1,502 ਕੋਵਿਡ ਕੇਸਿਸ ਪਾਏ ਗਏ ਅਤੇ 66 ਮੌਤਾਂ ਵੀ ਦਰਜ ਕੀਤੀਆਂ ਗਈਆਂ।
ਹੁਣ ਤੱਕ ਇੱਥੇ 2,47,326 ਇਨਫੈਕਸ਼ਨ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 2,19,592 ਰਿਕਵਰਡ ਕੇਸਿਸ ਨੇ। ਹੁਣ ਤੱਕ ਇੱਥੇ ਮੌਤਾਂ ਦਾ ਅੰਕੜਾ 9,208 ਦੇ ਕਰੀਬ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,467 ਹੈ, ਜਿਨ੍ਹਾਂ ਵਿੱਚੋਂ 216 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਦੇ ਵਿੱਚ 153 ਕੋਰੋਨਾ ਮਾਮਲਿਆਂ ਦੇ ਨਾਲ ਹੀ 6 ਮੌਤਾਂ ਵੀ ਰਿਕਾਰਡ ਕੀਤੀਆਂ ਗਈਆਂ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 7,24,000 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਹਨ। 18,426 ਦੇ ਕਰੀਬ ਜਾਨਾਂ ਇੱਥੇ ਜਾ ਚੁੱਕੀਆਂ ਨੇ। ਰਿਕਵਰਡ ਹੋਣ ਵਾਲੇ ਕੇਸਿਸ 6,36,000 ਦੇ ਕਰੀਬ ਹਨ। ਐਡਮਿੰਟਨ ਦੇ ਵਿੱਚ ਤੇਜ਼ ਹਵਾਵਾਂ ਦੇ ਕਾਰਨ 16,000 ਲੋਕ ਪ੍ਰਭਾਵਿਤ ਹੋਏ। ਦਰਅਸਲ ਇਹਨਾਂ ਲੋਕਾਂ ਨੂੰ ਬਿਨਾਂ ਬੱਤੀ ਦੇ ਰਹਿਣਾ ਪਿਆ। ਕਾਫੀ ਲੰਬਾ ਸਮਾਂ ਲੱਗਿਆ ਹੈ ਬਿਜਲੀ ਨੂੰ ਠੀਕ ਕਰਨ ਦੇ ਵਿੱਚ। ਲਗਾਤਾਰ ਲੋਕਾਂ ਵੱਲੋਂ ਇਸ ਦੇ ਨਾਲ ਸੰਬੰਧਿਤ ਸ਼ਿਕਾਇਤ ਸੋਸ਼ਲ ਮੀਡੀਆ ਦੇ ਰਾਹੀਂ ਵੀ ਕੀਤੀ ਜਾ ਰਹੀ ਸੀ। ਖਬਰ ਐਲਬਰਟਾ ਤੋਂ ਸਾਹਮਣੇ ਆਈ ਹੈ, ਜਿੱਥੇ ਤੇਜ਼ ਹਵਾਵਾਂ ਦੇ ਕਾਰਨ 16,000 ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਬਿਨਾਂ ਬੱਤੀ ਦੇ ਗੁਜ਼ਾਰਾ ਕਰਨਾ ਪਿਆ। ਜੀ ਹਾਂ, ਇੱਥੇ ਤੇਜ਼ ਹਵਾਵਾਂ ਚੱਲੀਆਂ, ਜਿਸ ਦੇ ਕਾਰਨ ਐਡਮਿੰਟਨ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬੱਤੀ ਬੰਦ ਹੋ ਗਈ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਇਸ ਮੌਕੇ ਕਰਨਾ ਪਿਆ। ਫੋਰਟਿਸ ਐਲਬਰਟਾ ਮੁਤਾਬਕ 16,000 ਲੋਕਾਂ ਨੂੰ ਬਿਨਾਂ ਬੱਤੀ ਦੇ ਗੁਜ਼ਾਰਾ ਕਰਨਾ ਪਿਆ। ਲੋਕਾਂ ਵੱਲੋਂ ਇਸ ਦੇ ਨਾਲ ਸੰਬੰਧਿਤ ਵਾਰ-ਵਾਰ ਸ਼ਿਕਾਇਤ ਵੀ ਦਰਜ ਕਰਵਾਈ ਗਈ। ਇਸ ਦੌਰਾਨ ਸਭ ਤੋਂ ਵੱਧ ਪ੍ਰਭਾਵ ਪੂਰਬੀ ਖੇਤਰ, ਪੱਛਮੀ ਅਤੇ ਦੱਖਣੀ ਪੂਰਬੀ ਐਡਮਿੰਟਨ ਦੇ ਵਿੱਚ ਦੇਖਣ ਨੂੰ ਮਿਲਿਆ। ਬਿਜਲੀ ਅਧਿਕਾਰੀ ਲਗਾਤਾਰ ਇਸ ਲਾਈਟ ਨੂੰ ਠੀਕ ਕਰਨ ਦੇ ਵਿੱਚ ਲੱਗੇ ਰਹੇ, ਪਰ ਕੁਝ ਰੀਜਨਸ ਦੇ ਵਿੱਚ ਇਹ ਬੱਤੀ ਕਾਫੀ ਦੇਰੀ ਦੇ ਨਾਲ ਆਈ ਹੈ। ਖਰਾਬ ਮੌਸਮ ਦੇ ਕਾਰਨ ਬਿਜਲੀ ਠੀਕ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਗਿਆ। ਲੋਕਾਂ ਵੱਲੋਂ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਸਾਂਝੀ ਕੀਤੀ ਜਾ ਰਹੀ ਸੀ। ਸ਼ਹਿਰ ਦੇ ਆਵਾਜਾਈ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਜੇਕਰ ਬਹੁਤ ਜ਼ਰੂਰੀ ਨਾ ਹੋਵੇ ਤਾਂ ਲੋਕ ਘਰਾਂ ਦੇ ਵਿੱਚ ਹੀ ਰਹਿਣ। ਸ਼ਹਿਰ ਦੇ ਮੇਅਰ ਨੇ ਕਿਹਾ ਸੀ ਕਿ ਉਹ ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹਨ ਅਤੇ ਹੱਲ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਕਾਫੀ ਜ਼ਿਆਦਾ ਸਮਾਂ ਇਸ ਲਾਈਟ ਨੂੰ ਠੀਕ ਕਰਨ ਦੇ ਵਿੱਚ ਲੱਗ ਗਿਆ, ਜਿਸ ਤੋਂ ਬਾਅਦ ਕਈ ਖੇਤਰਾਂ ਦੇ ਵਿੱਚ ਬਿਜਲੀ ਵਾਪਸ ਆ ਗਈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਤੇ ਜਗਮੀਤ ਸਿੰਘ ਨੇ ਬਾਈਡਨ ਨੂੰ ਦਿੱਤੀ ਜਿੱਤ ਦੀ ਵਧਾਈ। ਜੋ ਬਾਈਡਨ ਨੂੰ ਟਰੰਪ ਨੇ ਦਿੱਤੀਆਂ ਸ਼ੁਭਕਾਮਨਾਵਾਂ। ਜੋ ਬਾਈਡਨ ਬਣੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ, ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਚੁੱਕੀ ਸਹੁੰ। ਕੈਨੇਡਾ ਸਰਕਾਰ ਤੋਂ ਉਡਾਨਾਂ ਦੇ ਉੱਪਰ ਰੋਕ ਲਗਾਉਣ ਦੀ ਉੱਠੀ ਮੰਗ। ਕਿਬੈਕ ਦੇ ਪ੍ਰੀਮੀਅਰ ਚਾਹੁੰਦੇ ਹਨ ਉਡਾਨਾਂ ਦੇ ਉੱਪਰ ਰੋਕ। ਵੈਕਸੀਨ ਟਾਸਕ ਫੋਰਸ ਦੀ ਮੈਂਬਰ ਨੇ ਦਿੱਤਾ ਅਸਤੀਫਾ, ਪਾਬੰਦੀਆਂ ਦੇ ਦੌਰਾਨ ਕੀਤਾ ਟਰੈਵਲ। ਨੋਵਾ ਸਕੋਸ਼ੀਆ ਨੇ ਐਲਾਨਿਆ ਸਾਲ ਦਾ ਪਹਿਲਾ ਡਰਾਅ, ਨਹੀਂ ਦੱਸਿਆ ਕਿੰਨਿਆਂ ਨੂੰ ਮਿਲਿਆ ਸੱਦਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।